ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਇੱਕ ਦੋ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਤੇ ਇੱਕ ਆਪਾਂ ਗੱਲਬਾਤ ਕਰਨੀ ਹੈ ਅੱਜ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ। ਖਾਸ ਤੌਰ ਦੇ ਉੱਤੇ ਉਹਨਾਂ ਤੋਂ ਜਾਣਨਾ ਅਸੀਂ ਚਾਹੁੰਦੇ ਹਾਂ ਕਿ ਕੋਵਿਡ-19 ਦੀ ਮਾਡਲਿੰਗ ਕੀ ਆ, ਪ੍ਰੋਜੈਕਸ਼ਨ ਕੀ ਆ, ਜਿਹੜੇ ਕੇਸ ਵੱਧ ਰਹੇ ਆ ਕਿੰਨੇ ਕੁ ਵਧਣਗੇ, ਕਿੱਥੇ ਜਾ ਕੇ ਰੁਕਣ ਦੀ ਸੰਭਾਵਨਾ ਆ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ, ਇਹਦੇ ਨਾਲ ਸੰਬੰਧਿਤ ਅਸੀਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਨੀਆਂ ਆ ਕਿ ਕਿੱਥੇ ਕੁ ਜਾ ਕੇ ਇਹ ਸਾਰਾ ਕੁਝ ਰੁਕੂਗਾ, ਕੀ ਹੋਰ ਪਾਬੰਦੀਆਂ ਲੱਗਣਗੀਆਂ, ਜੇ ਖੁੱਲ੍ਹਾਂ ਮਿਲਣਗੀਆਂ, ਢਿੱਲਾਂ ਮਿਲਣਗੀਆਂ ਤਾਂ ਕਦੋਂ ਕੁ ਜਾ ਕੇ ਇਹ ਸਾਰਾ ਕੁਝ ਹੋਊਗਾ। ਇਸ ਵੇਲੇ ਮਿਊ ਵੇਰੀਐਂਟ ਦੀ ਸਥਿਤੀ ਕੀ ਆ, ਡੈਲਟਾ ਵੇਰੀਐਂਟ ਦੀ ਸਥਿਤੀ ਕੀ ਆ, ਕਿੰਨੇ ਕੁ ਲੋਕ ਜਿਹੜੇ ਵੈਕਸੀਨੇਟ ਹੋ ਚੁੱਕੇ ਨੇ, ਇਹਦੇ ਬਾਰੇ ਅੱਜ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਅਸੀਂ ਗੱਲਬਾਤ ਕਰਨੀ ਆ। ਇੱਕ ਸਰੀ ਨਿਊਟਨ ਤੋਂ ਇੰਡੀਪੈਂਡੈਂਟ ਕੈਂਡੀਡੇਟ ਇੱਥੋਂ ਚੋਣ ਲੜ ਰਹੇ ਨੇ, ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਪ੍ਰਵੀਰ ਹੁੰਦਲ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਕੀ ਉਹਨਾਂ ਦਾ ਮੰਤਵ ਆ ਇਲੈਕਸ਼ਨ ਲੜਨ ਦਾ। ਜਿੱਥੇ ਅਸੀਂ ਜਿੱਦਾਂ ਇਲੈਕਸ਼ਨ ਨੇੜੇ ਆ ਰਹੀ ਆ ਤੁਹਾਡੀ ਵੱਖ-ਵੱਖ ਜਿਹੜੀਆਂ ਰਾਈਡਿੰਗਸ ਨੇ ਉਹਨਾਂ ਦੇ ਵਿੱਚੋਂ ਵੱਖ-ਵੱਖ ਉਮੀਦਵਾਰਾਂ ਦੇ ਨਾਲ ਮੁਲਾਕਾਤਾਂ ਕਰਵਾਉਂਦੇ ਆ। ਉਸੇ ਤਹਿਤ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੀ ਪ੍ਰਵੀਰ ਹੁੰਦਲ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਾਡੇ ਨਾਲ ਗੱਲਬਾਤ ਕਰਨਗੇ। ਇਲੈਕਸ਼ਨ ਦੇ ਮਾਮਲੇ ਦੇ ਵਿੱਚ ਜਦੋਂ ਅਸੀਂ ਓਵਰਆਲ ਕੈਨੇਡਾ ਦੇ ਵਿੱਚ ਦੇਖਦੇ ਹਾਂ ਤਾਂ ਕੰਜ਼ਰਵੇਟਿਵ ਤੇ ਲਿਬਰਲ ਪਾਰਟੀ ਕਾਫੀ ਸਖਤ ਟੱਕਰ ਇਹਨਾਂ ਦੀ ਚੱਲ ਰਹੀ ਆ। ਅੱਜ ਦੀ ਜਿਹੜੀ ਪ੍ਰੋਜੈਕਸ਼ਨ ਆ, ਅੱਜ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਆ ਉਹਦੇ ਅਨੁਸਾਰ ਲਿਬਰਲ ਪਾਰਟੀ 146 ਸੀਟਾਂ ਲੈ ਜਾਊਗੀ, ਕੰਜ਼ਰਵੇਟਿਵ 126 ਲੈ ਜਾਣਗੇ, NDP 32 ਸੀਟਾਂ, ਬਲਾਕ ਕੁਇਕਵਾ 32 ਤੇ ਗ੍ਰੀਨ ਪਾਰਟੀ 2। ਸੋ ਅੱਜ ਦੇ ਹਿਸਾਬ ਦੇ ਨਾਲ ਅੱਜ ਜਿਹੜੀ ਪ੍ਰੋਜੈਕਸ਼ਨ ਆ, ਅੱਜ ਜਿਹੜਾ ਅੰਦਾਜ਼ਾ ਆ ਉਹਦੇ ਅੰਦਾਜ਼ੇ ਦੇ ਨਾਲ 146 ਸੀਟਾਂ ਲਿਬਰਲ ਲੈ ਕੇ ਜਾ ਰਹੀ ਆ। ਥੋੜ੍ਹੇ ਦਿਨਾਂ ਦੇ ਵਿੱਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਆ, ਕੰਜ਼ਰਵੇਟਿਵ ਪਾਰਟੀ 126 ਦੇ ਉੱਤੇ ਆ। ਸੋ ਇਹ ਇੱਕ ਅੰਦਾਜ਼ਾ ਆ। ਜਿੱਦਾਂ ਆਪਾਂ ਸਾਰੇ ਆਪਣੀ ਰਾਈਡਿੰਗ ਦਾ ਅੰਦਾਜ਼ਾ ਲਾਉਂਦੇ ਹਾਂ ਕਿ ਇੱਥੋਂ ਕਿਹਨੇ ਜਿੱਤ ਜਾਣਾ, ਕਿੰਨੀਆਂ ਕੁ ਵੋਟਾਂ ਕਿਹਦੇ ਵਾਲੇ ਪਾਸੇ ਆ, ਕੀ ਹੋਇਆ, ਐਸੇ ਤਰ੍ਹਾਂ ਕਰਕੇ ਬਹੁਤ ਸਾਰੇ ਪੋਲੀਟੀਕਲ ਐਕਸਪਰਟ ਨੇ ਜਿਹੜੇ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਨੇ। ਤੇ ਅਸੀਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਜਾਂ ਮੈਂ ਤੁਹਾਡੇ ਨਾਲ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਿਹਾ ਇਹ 338canada.com ਦੇ ਆਧਾਰ ਦੇ ਉੱਤੇ ਕਰ ਰਹੇ ਹਾਂ। 338 ਕੈਨੇਡਾ ਇੱਕ ਵੈਬਸਾਈਟ ਆ, ਇੰਡੀਪੈਂਡੈਂਟ ਵੈਬਸਾਈਟ ਆ, ਕਿਸੇ ਦਾ ਇਹਦੇ ਨਾਲ ਕੋਈ ਹੈ ਨਹੀਂਗਾ। ਇਹ ਕਰਦੇ ਕੀ ਆ ਕਿ ਜਿਹੜੀ ਬਹੁਤ ਸਾਰੀ ਪੋਲੀਟਿਕਸ ਆ, ਪੋਲੀਟੀਕਲ ਤੇ ਇਲੈਕਟਰਲ ਪ੍ਰੋਜੈਕਸ਼ਨਸ ਕਰਦੇ ਆ, ਦੱਸਦੇ ਆ। ਇਹਨਾਂ ਦਾ ਕੰਮ ਹੀ ਇਹ ਆ। ਜਿਹੜਾ ਫਿਲਿਪ ਜੇ ਫੋਰਨੀਅਰ, ਹਾਲਾਂਕਿ ਫਿਜ਼ਿਕਸ ਦਾ ਟੀਚਰ ਆ, ਉਹ ਐਸਟਰੋਫਿਜ਼ਿਕਸ ਪੜ੍ਹਾਉਂਦਾ ਮੌਂਟਰੀਅਲ ਦੇ ਵਿੱਚ, ਉਹਨੇ ਇਹ ਵੈਬਸਾਈਟ ਬਣਾਈ ਆ। ਮਤਲਬ ਕੈਨੇਡਾ ਦਾ ਜਿਹੜਾ ਬਹੁਤ ਮੰਨਿਆ ਪਰਮੰਨਿਆ ਇਲੈਕਸ਼ਨ ਗੁਰੂ ਆ, ਉਹ ਸਾਇੰਸ ਦਾ ਟੀਚਰ ਆ ਅਤੇ ਸਾਇੰਸ ਪੜ੍ਹਾਉਂਦਾ ਹੈ, ਉਹਨੇ ਇਹ ਬਣਾਈ ਆ। ਪਹਿਲਾਂ QC 125 ਤੇ ਫਿਰ 338 ਕੈਨੇਡਾ। ਪੋਲੀਟੀਕਲ ਕੰਟਰੀਬਿਊਟਰ ਮੈਕਲੀਨ ਮੈਗਜ਼ੀਨ, ਜਿਹੜਾ ਬਹੁਤ ਮਸ਼ਹੂਰ ਮੈਗਜ਼ੀਨ ਆ ਪੋਲੀਟੀਕਲ, ਉਹਦੇ ਲਈ ਵੀ ਇਹ ਲਿਖਦਾ ਹੈ। ਉਹਦੇ ਅੰਦਾਜ਼ੇ ਦੇ ਆਧਾਰ ਦੇ ਉੱਤੇ ਅਸੀਂ ਇਹ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਬਹੁਤ ਸਾਰੀਆਂ ਇਲੈਕਸ਼ਨ ਉਹਨੇ ਕਵਰ ਕੀਤੀਆਂ, ਰੇਡੀਓ ਕੈਨੇਡਾ ਦੇ ਲਈ ਕੈਂਪੇਨਿੰਗ ਕੀਤੀ ਆ ਇਲੈਕਸ਼ਨ ਦੇ ਵਿੱਚ, ਕਈ ਥਾਵਾਂ ਦੇ ਉੱਤੇ, ਕਈ TV ਚੈਨਲ ਦੇ ਲਈ, ਹੋਰ ਥਾਵਾਂ ਦੇ ਉੱਤੇ ਵੀ ਉਹਨਾਂ ਦਾ ਨਾਂ ਆ। ਉਹ ਕਿਉਂਕਿ ਪਿਛਲੇ ਸਾਲਾਂ ਦੀਆਂ ਉਹਨਾਂ ਦੀਆਂ ਪ੍ਰੋਜੈਕਸ਼ਨਸ ਜਿਹੜੀਆਂ ਕਾਫੀ ਸਹੀ ਸਾਬਤ ਹੋਈਆਂ, ਇਸ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਆਧਾਰ ਬਣਾ ਕੇ ਗੱਲ ਕਰ ਰਹੇ ਹਾਂ। ਅਸਲ ਦੇ ਵਿੱਚ ਇਹ ਇੱਕ ਮਾਡਲ ਦਿੱਤਾ ਗਿਆ। ਇੱਕ ਕੰਪਨੀ ਸਰਵੇ ਕਰਾਉਂਦੀ ਹੈ। ਸਰਵੇ ਕਰਨ ਦਾ ਤਰੀਕਾ ਕੀ ਹੁੰਦਾ, 1000 2000 10,000 ਬੰਦੇ ਦੇ ਕੋਲ ਪਹੁੰਚਿਆ ਜਾਂਦਾ, ਜਾਂ ਤਾਂ ਫੋਨ ਕਰ ਲਏ ਜਾਂਦੇ ਆ ਜਾਂ ਇੰਟਰਨੈਟ ਦੇ ਉੱਤੇ ਉਹਨੂੰ ਪੁੱਛ ਲਿਆ ਜਾਂਦਾ। ਉਹਦੇ ਆਧਾਰ ਦੇ ਉੱਤੇ ਫਿਰ ਜਾ ਕੇ ਇੱਕ ਜਿਹੜੀ ਅੰਦਾਜ਼ਾ ਲਾ ਲਿਆ ਜਾਂਦਾ ਵੀ ਅਸੀਂ ਜੇ 1000 ਬੰਦੇ ਨੂੰ ਪੁੱਛਿਆ ਜਾਂ 10,000 ਨੂੰ ਤਾਂ ਬਹੁਤ ਘੱਟ ਪੁੱਛਦੇ ਆ, ਸੈਂਪਲ ਛੋਟਾ ਹੁੰਦਾ, ਵੀ 1000 ਬੰਦੇ ਨੂੰ ਪੁੱਛਿਆ ਜਿਹਦੇ 'ਚ ਔਰਤਾਂ ਵੀ ਸੀ, ਮਰਦ ਵੀ ਸੀ, BC 'ਚ ਵੀ ਸੀ, ontario ਵਿੱਚ ਵੀ ਸੀਗੇ, ਉਹਨਾਂ ਸਾਰਿਆਂ ਦੇ ਵਿੱਚੋਂ ਇੰਨੇ ਬੰਦਿਆਂ ਨੇ ਲਿਬਰਲ ਨੂੰ ਕਿਹਾ, ਇੰਨਿਆਂ ਨੇ ਕੰਜ਼ਰਵੇਟਿਵ ਨੂੰ ਕਿਹਾ। ਉਸ ਆਧਾਰ ਦੇ ਉੱਤੇ ਇੱਕ ਸਰਵੇ ਕਰਕੇ ਸਾਹਮਣੇ ਲਿਆਤਾ ਜਾਂਦਾ। ਬਹੁਤੀ ਵਾਰੀ ਇਹਦੇ ਪਿੱਛੇ ਕੋਈ ਨਾ ਕੋਈ ਮੰਤਵ ਵੀ ਹੁੰਦਾ। ਸਰਵੇ ਕਰਨ ਵਾਲੀ ਕੰਪਨੀ ਆਪਣੇ ਕਿਸੇ ਵੀ ਪਾਰਟੀ ਨੂੰ ਫੇਵਰ ਵੀ ਕਰ ਸਕਦੀ ਹੈ, ਇਸ ਗੱਲ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਜਿਹੜੀ 338 ਕੈਨੇਡਾ ਆ, ਇਹਨੇ ਉਹਨਾਂ ਸਾਰੇ ਸਰਵੇ ਨੂੰ ਆਧਾਰ ਬਣਾ ਕੇ ਇੱਕ ਆਪਣੀ ਪ੍ਰੋਜੈਕਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਹਿਸਾਬ ਦੇ ਨਾਲ ਆਹ ਰਿਜ਼ਲਟ ਹੋਊਗੇ। ਔਰ ਪਿਛਲੇ ਸਾਲਾਂ ਦੇ ਵਿੱਚ, ਪਿਛਲੀਆਂ ਟਰਮਸ ਦੇ ਵਿੱਚ ਨੇੜੇ ਤੇੜੇ ਨਤੀਜਿਆਂ ਦੇ ਇਹ ਰਹੇ ਆ। ਬਾਕੀ ਅੰਦਾਜ਼ਾ ਹੀ ਆ, ਕੁਛ ਵੀ ਹੋ ਸਕਦਾ। 20 ਸਤੰਬਰ ਨੂੰ ਅਸਲ ਸਥਿਤੀ ਪਤਾ ਲੱਗਣੀ ਹੈ, ਪਰ ਆਪਣੇ ਆਪਣੇ ਅੰਦਾਜ਼ੇ ਜਿਹੜੇ ਆ ਉਹ ਸਾਰੇ ਜਿਸ ਤਰ੍ਹਾਂ ਅਸੀਂ ਸਾਂਝੇ ਕਰਦੇ ਹਾਂ, ਇਸ ਤਰ੍ਹਾਂ ਉਹਨਾਂ ਜਿਹੜੇ ਪੋਲੀਟੀਕਲ ਮਾਹਰ ਨੇ ਉਹਨਾਂ ਦੇ ਅੰਦਾਜ਼ੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸੋ ਇੱਥੇ ਇਹ ਦੱਸਣਾ ਵੀ ਜ਼ਰੂਰੀ ਸੀ ਕਿ ਸਾਡਾ ਅੰਦਾਜ਼ਾ ਨਹੀਂ ਆ, ਇਸ ਗਰੁੱਪ ਦਾ ਅੰਦਾਜ਼ਾ ਆ। ਹੁਣ 2 ਸੀਟਾਂ ਬਾਰੇ ਅੱਜ ਇੱਥੇ ਅਸੀਂ ਮੰਨ ਲਓ ਗੱਲ ਕਰਦੇ ਹਾਂ, ਸਰੀ ਸੈਂਟਰ ਬਾਰੇ ਤੇ ਸਰੀ ਨਿਊਟਨ ਬਾਰੇ। ਸਰੀ ਨਿਊਟਨ ਦੇ ਵਿੱਚ ਸੁਖ ਧਾਲੀਵਾਲ ਪਿਛਲੀ ਵਾਰੀ ਮੈਂਬਰ ਪਾਰਲੀਮੈਂਟ ਰਹੇ ਆ। 6474 ਵੋਟਾਂ ਦੇ ਫਰਕ ਨਾਲ ਉਹ ਜਿੱਤੇ ਸੀ। 18,328 ਵੋਟਾਂ ਉਹਨਾਂ ਨੂੰ ਪਈਆਂ ਸੀ। ਸੇਫ ਸੀਟ ਮੰਨੀ ਜਾਂਦੀ ਹੈ ਇਹ ਲਿਬਰਲ ਪਾਰਟੀ ਦੀ। ਅਸੀਂ ਰੋਜ਼ ਜਿਹੜੀਆਂ ਦੋ ਜਿਹੜੀਆਂ ਰਾਈਡਿੰਗਸ ਆ ਉਹਨਾਂ ਬਾਰੇ ਇੱਕ 2 3 ਤੇ ਰਾਈਡਿੰਗਸ ਬਾਰੇ ਗੱਲਬਾਤ ਕਰਾਂਗੇ ਤਾਂ ਕਿ ਅਸੀਂ ਇਹ ਸੋਚ ਸਕੀਏ ਕਿ ਅਸੀਂ ਇਸ ਰਾਈਡਿੰਗ ਬਾਰੇ ਕੀ ਸੋਚਦੇ ਹਾਂ, ਇੱਥੋਂ ਕਿਹਨੇ ਜਿੱਤਣਾ, ਬਾਕੀ ਲੋਕ ਇਹਦੇ ਬਾਰੇ ਕੀ ਸੋਚਦੇ ਆ, ਤੇ ਜਿਹੜੇ ਪੋਲੀਟੀਕਲ ਮਾਹਰ ਆ ਉਹਨਾਂ ਦੇ ਕੀ ਅੰਦਾਜ਼ੇ ਆ, ਕੌਣ ਠੀਕ ਹੁੰਦਾ ਕੌਣ ਗਲਤ ਹੁੰਦਾ। ਇਹ ਆਪਾਂ 20 ਸਤੰਬਰ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੋ ਜਾਣਾ। ਇਸ ਵੇਲੇ ਮੰਨਿਆ ਜਾ ਰਿਹਾ ਕਿ ਸਰੀ ਨਿਊਟਨ ਦੇ ਵਿੱਚ ਸੁਖ ਧਾਲੀਵਾਲ ਅੱਗੇ ਚੱਲ ਰਹੇ ਆ।
ਲੋਕਾਂ ਦੀ 48% ਜਿਹੜੇ ਅੰਕੜੇ ਨੇ ਉਹ ਇਹਨਾਂ ਦੇ ਹੱਕ ਵਿੱਚ ਨੇ। 48% ਵੋਟਾਂ, 48% ਲੋਕ ਇਹਨਾਂ ਦੇ ਹੱਕ ਵਿੱਚ ਨੇ ਸਰੀ ਨਿਊਟਨ ਦੇ ਵਿੱਚ ਸੁਖ ਧਾਲੀਵਾਲ ਦੇ। ਦੂਜੇ ਨੰਬਰ ਦੇ ਉੱਤੇ ਅਵਨੀਤ ਜੌਹਲ ਦਾ ਨਾਂ ਆਉਂਦਾ, ਜਿਹੜੇ NDP ਦੇ ਉਮੀਦਵਾਰ ਨੇ। ਉਹਨਾਂ ਨੂੰ ਮੰਨਿਆ ਜਾਂਦਾ ਕਿ 28% ਉਹਨਾਂ ਦੇ ਹੱਕ ਦੇ ਵਿੱਚ ਲੋਕ ਹੈਗੇ ਨੇ। ਸੋ ਫਰਕ ਬਹੁਤ ਵੱਡਾ ਆ ਇੱਥੇ, 48% ਤੇ 28% ਪਹਿਲੇ ਤੇ ਦੂਜੇ ਨੰਬਰ ਦੇ ਉੱਤੇ। ਇਸੇ ਕਰਕੇ ਇਹਨੂੰ ਪੋਲੀਟੀਕਲ ਮਾਹਰ ਲਿਬਰਲ ਦੀ ਸੇਫ ਸੀਟ ਮੰਨਦੇ ਆ ਵੀ ਇਹ ਲਿਬਰਲ ਦੀ ਸੇਫ ਸੀਟ ਆ। ਇੱਥੋਂ ਲਿਬਰਲ ਪਾਰਟੀ ਦਾ ਉਮੀਦਵਾਰ ਜਾਣੀ ਕਿ ਸੁਖ ਧਾਲੀਵਾਲ ਜਿੱਤਦੇ ਆ। ਪਿਛਲੀ ਵਾਰੀ ਸਰਦਾਰ ਹਰਜੀਤ ਸਿੰਘ ਜਿਹੜੇ ਕਿ ਪ੍ਰਸਿੱਧ ਰੇਡੀਓ ਹੋਸਟ ਨੇ, ਸਾਰੇ ਜਾਣਦੇ ਆ ਉਹਨਾਂ ਨੂੰ, ਉਹਨਾਂ ਨੇ ਇੱਥੋਂ ਚੋਣ ਲੜੀ ਸੀ। 11,854 ਵੋਟਾਂ ਉਹਨਾਂ ਨੂੰ ਪਈਆਂ ਸੀ। 6,6400 ਵੋਟ ਦੇ ਨਾਲ ਉਹ ਜਿਹੜੀ ਪਿੱਛੇ ਰਹਿ ਗਏ ਸੀ। ਹੁਣ ਇਹ ਇਸ ਵਾਰ ਜਿਹੜਾ ਅੰਦਾਜ਼ਾ ਆ ਕਿ ਜੇ ਸੁਖ ਧਾਲੀਵਾਲ ਨੂੰ 48% ਦੇ ਉੱਤੇ ਦੱਸਿਆ ਜਾ ਰਿਹਾ, ਅਵਨੀਤ ਜੌਹਲ ਨੂੰ 28% ਦੇ ਉੱਤੇ ਦੱਸਿਆ ਜਾ ਰਿਹਾ, ਤੇ ਸਈਦ ਮੋਹਸਿਨ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਨੇ ਉਹਨਾਂ ਨੂੰ 18% ਦੇ ਉੱਤੇ ਦੱਸਿਆ ਜਾ ਰਿਹਾ ਕਿ 18% ਜਿਹੜੇ ਵੋਟਰ ਨੇ ਉਹ ਇਹਨਾਂ ਦੇ ਹੱਕ ਵਿੱਚ ਨੇ। ਪਮੀਲਾ ਸਿੰਘ ਨੂੰ 4% ਦੇ ਉੱਤੇ ਤੇ ਪ੍ਰਵੀਰ ਹੁੰਦਲ 1% ਦੇ ਉੱਤੇ। ਪਮੀਲਾ ਸਿੰਘ CPC ਵੱਲੋਂ ਨੇ ਤੇ ਪ੍ਰਵੀਰ ਹੁੰਦਲ ਆਜ਼ਾਦ ਉਮੀਦਵਾਰ ਵੱਲੋਂ ਇੱਥੋਂ ਚੋਣ ਲੜ ਰਹੀ ਹੈ। ਕੰਜ਼ਰਵੇਟਿਵ ਪਾਰਟੀ ਨੂੰ ਇੱਥੋਂ ਜੇ ਪਿਛਲੀ ਵਾਰ ਵਾਲੀ ਹਾਲਤ ਦੇਖੀਏ ਤਾਂ ਸੁਖ ਧਾਲੀਵਾਲ ਨੂੰ 18,328 ਵੋਟਾਂ ਪਈਆਂ ਸੀ, ਹਰਜੀਤ ਸਿੰਘ ਹੁਣਾਂ ਨੂੰ 11,854 ਵੋਟਾਂ ਪਈਆਂ ਸੀ, ਤੇ ਹਰਪ੍ਰੀਤ ਸਿੰਘ ਹੁਣਾਂ ਨੂੰ 8511 ਵੋਟਾਂ ਪਈਆਂ ਸੀ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇਸ ਵਾਰੀ ਤਾਂ ਇਹ 338 ਕੈਨੇਡਾ ਦੇ ਹਿਸਾਬ ਨਾਲ ਅਸੀਂ ਕਹਿੰਦੇ ਹਾਂ ਕਿ 48% ਲੋਕ ਸੁਖ ਧਾਲੀਵਾਲ ਦੇ ਨਾਲ ਨੇ, ਅਵਨੀਤ ਜੌਹਲ ਦੇ ਨਾਲ 28% ਨੇ, ਤੇ ਸਈਦ ਮੋਹਸਿਨ ਦੇ ਨਾਲ 18% ਨੇ। ਪਿਛਲੀ ਵਾਰੀ ਕੀ ਹਾਲਤ ਸੀ ਜਦੋਂ 19 ਦੇ ਵਿੱਚ ਇਲੈਕਸ਼ਨ ਹੋਈ ਸੀ? ਜਦੋਂ 19 ਦੇ ਵਿੱਚ ਇਲੈਕਸ਼ਨ ਹੋਈ ਸੀ, ਇਸ ਜਿਹੜੇ ਇਹ ਪੋਲੀਟੀਕਲ ਮਾਹਰ ਸੀਗੇ ਜਿਨ੍ਹਾਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ, ਇਹਨਾਂ ਨੇ 42% ਕਿਹਾ ਸੀ ਕਿ ਸੁਖ ਧਾਲੀਵਾਲ ਦੇ ਹੱਕ ਵਿੱਚ ਲੋਕ ਨੇ, ਪਰ 45 ਹੋਏ ਸੀ। ਸੋ 42 ਉਹਨਾਂ ਨੇ ਕਿਹਾ ਸੀ, 45% ਲੋਕ ਇਹਨਾਂ ਦੇ ਹੱਕ ਵਿੱਚ ਸੀਗੇ। ਵੋਟਾਂ ਤੋਂ ਬਾਅਦ ਜਦੋਂ ਨਤੀਜਿਆਂ ਤੋਂ ਬਾਅਦ ਦੇਖਿਆ ਗਿਆ ਸੀ ਤਾਂ ਇਹ 3% ਦੇ ਫਰਕ ਨਾਲ ਅੱਗੇ ਸੀਗੇ। NDP ਦੇ ਲਈ ਉਹਨਾਂ ਦੀ ਜਿਹੜੀ ਅੰਦਾਜ਼ਾ ਸੀਗਾ ਉਸ ਵੇਲੇ ਹਰਜੀਤ ਸਿੰਘ ਉਹਨਾਂ ਦੇ ਲਈ ਉਹ 30% ਸੀ, ਪਰ 29% ਨਿਕਲਿਆ ਸੀ, 1% ਘਟ ਗਏ ਸੀ। ਇਸੇ ਤਰ੍ਹਾਂ ਹੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਇੱਥੋਂ ਚੋਣ ਲੜੀ ਸੀ, ਉਹਨਾਂ ਨੇ ਪਿਛਲੀ ਵਾਰੀ ਉਹਨਾਂ ਦੇ ਹਿਸਾਬ ਨਾਲ 18% ਕਹਿੰਦੇ ਸੀ, ਪਰ 21% ਲੋਕ ਸੀਗੇ। ਸੋ ਵੱਧ ਤੋਂ ਵੱਧ ਜੇ ਇਹਦੇ ਵਿੱਚ ਅੰਦਾਜ਼ਾ ਗਲਤ ਹੋਣ ਦੇ ਚਾਂਸ ਅਸੀਂ ਕਹਿ ਸਕਦੇ ਕਿ 3% ਆ। ਫਿਰ ਅਸੀਂ ਇਹ ਕਹਿੰਦੇ ਹੈ ਅੰਦਾਜ਼ਾ ਹੀ ਆ, ਅਸਲ ਕੀ ਹੋਣਾ ਇਹ ਕੋਈ ਵੀ ਨਹੀਂ ਦੱਸ ਸਕਦਾ, ਪਹਿਲਾਂ ਦੱਸਿਆ ਹੀ ਨਹੀਂ ਜਾ ਸਕਦਾ। ਪਰ ਇਸ ਇਲਾਕੇ ਦੇ ਵਿੱਚ ਲੋਕ ਕਿੰਨੇ ਕੁ ਨੇ, ਲੀਡਰ ਕੀ ਕਰ ਰਿਹਾ, ਲੀਡਰ ਨੇ ਪਿੱਛੇ ਕੀਤਾ ਕੀ ਆ, ਵਿਰੋਧ ਕਿੰਨਾ ਕਾ, ਉੱਥੇ ਕਿਹੜੀ ਪਾਰਟੀ ਦੇ ਵਿੱਚ ਦੋ ਫਾੜ ਆ, ਕਿਹੜਾ ਬੰਦਾ ਕਿਹੜੇ ਬੰਦੇ ਦੀਆਂ ਲੱਤਾਂ ਖਿੱਚ ਰਿਹਾ, ਇਹ ਸਾਰੀਆਂ ਕੈਲਕੂਲੇਸ਼ਨ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ। ਤੇ ਸਰੀ ਨਿਊਟਨ ਦੇ ਵਿੱਚ 48% ਲੋਕ ਮੰਨਿਆ ਜਾ ਰਿਹਾ ਕਿ ਸੁਖ ਧਾਲੀਵਾਲ ਦੇ, 28% ਅਵਨੀਤ ਜੌਹਲ ਦੇ, ਤੇ 18% ਸਈਦ ਮੋਹਸਿਨ ਦੇ ਹੱਕ ਵਿੱਚ ਨੇ। ਦੂਜੀ ਰਾਈਡਿੰਗ ਸਰੀ ਸੈਂਟਰ, ਜਿੱਥੋਂ ਰਣਦੀਪ ਸਿੰਘ ਸਰਾਏ ਪਿਛਲੀ ਵਾਰੀ ਜਿੱਤੇ ਸੀ 4100 ਵੋਟ ਦੇ ਫਰਕ ਨਾਲ 15,266 ਵੋਟਾਂ ਰਣਦੀਪ ਸਿੰਘ ਸਰਾਏ ਨੂੰ ਪਈਆਂ ਸੀ। ਔਰ ਦੂਜੇ ਨੰਬਰ ਦੇ ਉੱਤੇ ਜਿਹੜੇ NDP ਦੇ ਸੀਗੇ ਸਰਜੀਤ ਸਿੰਘ ਸਰਾਂ, ਉਹਨਾਂ ਨੂੰ 11,166 ਵੋਟਾਂ ਪਈਆਂ ਸੀ। ਤੇ ਤੀਜੇ ਨੰਬਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਸੀ, ਉਹਨਾਂ ਨੂੰ 10,413 ਵੋਟਾਂ ਪਈਆਂ ਸੀ। ਸੋ ਇੱਥੇ ਫਰਕ ਥੋੜ੍ਹਾ ਸੀ। ਜਿਹੜੇ ਇਹ ਅੰਦਾਜ਼ੇ ਦੱਸ ਰਹੇ ਆ ਉਹ ਸਰੀ ਸੈਂਟਰ ਦੀ ਸੀਟ ਨੂੰ ਦੱਸ ਤਾਂ ਲਿਬਰਲ ਦੇ ਹੱਕ 'ਚ ਗਏ ਆ, ਪਰ ਪੱਕੀ ਸੀਟ ਨਹੀਂ ਮੰਨ ਰਹੇ ਉਹ। ਪੱਕੀ ਸੀਟ ਦਾ ਮਤਲਬ ਕਿ ਇਹਨੂੰ ਲਾਈਕਲੀ ਕਹਿ ਰਹੇ ਆ ਵੀ ਹੋ ਸਕਦੀ ਆ ਇਹ ਉਧਰ ਚਲੇ ਜਾਵੇ। ਹੁਣ ਦੂਜੇ ਪਾਸੇ ਅੰਦਾਜ਼ਾ ਇਸ ਤਰ੍ਹਾਂ ਲਾਇਆ ਜਾਂਦਾ ਵੀ ਜੇ ਮੰਨ ਲਓ ਇਹ ਪੱਕੀ ਸੀਟ ਅਸੀਂ ਕੇਸ ਕਰਕੇ ਕਹਿੰਦੇ ਆ ਵੀ ਜੇ ਸਰੀ ਸੈਂਟਰ ਤੋਂ ਹੀ ਸੁਖ ਧਾਲੀਵਾਲ ਪਿੱਛੇ ਚਲੇ ਜਾਂਦੇ ਆ, ਨਤੀਜੇ ਇੰਨੇ ਉਲਟ ਜਾਂਦੇ, ਫਿਰ ਤਾਂ ਮਤਲਬ ਸਾਰਾ ਹੀ ਫੇਰ ਬਦਲ ਹੋ ਜਾਊਗਾ ਕੈਨੇਡਾ ਦੀ। ਜਿੰਨੇ ਅੰਦਾਜ਼ੇ ਆ ਲੋਕਾਂ ਦੇ ਸਾਰੇ ਗਲਤ ਹੋ ਜਾਣਗੇ ਜੇ ਇਸ ਤਰ੍ਹਾਂ ਹੁੰਦਾ ਆ। ਕੁਝ ਸੀਟਾਂ ਜਿਹੜੀਆਂ ਪੱਕੀਆਂ ਮੰਨੀਆਂ ਜਾਂਦੀਆਂ, ਕੁਝ ਸੀਟਾਂ ਕਿਹਾ ਜਾਂਦਾ ਕਿ ਇਹ ਲਾਈਕਲੀ ਆ ਕਿ ਹੋ ਸਕਦਾ ਰਣਦੀਪ ਸਰਾਏ ਵਾਲੀ ਸੀਟ ਜਿਹੜੀ ਜਿਹਨਾਂ ਤੋਂ ਉਹ ਮੈਂਬਰ ਪਾਰਲੀਮੈਂਟ ਰਹੇ ਆ ਪਿਛਲੇ ਸਮੇਂ ਦੇ ਵਿੱਚ, ਸਰੀ ਸੈਂਟਰ ਵਾਲੀ ਸੀਟ ਉਹ ਲਾਈਕਲੀ ਕਹੀ ਜਾ ਰਹੀ ਆ। ਇੱਥੇ ਅੰਕੜੇ ਕੀ ਕਹਿੰਦੇ ਆ, ਉਹ ਕਹਿੰਦੇ ਕਿ 40% ਲੋਕ ਰਣਦੀਪ ਸਰਾਏ ਦੇ ਹੱਕ ਵਿੱਚ ਆ, 26% ਲੋਕ ਸੋਨੀਆ ਗਾਂਧੀ ਦੇ ਹੱਕ ਵਿੱਚ ਆ ਇਸ ਵੇਲੇ, ਤੇ 21% ਲੋਕ ਨੇ ਉਹ ਟੀਨਾ ਬੈਂਸ ਦੇ ਹੱਕ ਵਿੱਚ ਨੇ ਕੰਜ਼ਰਵੇਟਿਵ ਪਾਰਟੀ ਦੇ। ਸੋ ਪਿਛਲੀ ਵਾਰ ਦਾ ਅੰਦਾਜ਼ਾ ਕੀ ਸੀ ਇਸ ਰਾਈਡਿੰਗ ਦੇ ਬਾਰੇ? ਲਿਬਰਲ ਪਾਰਟੀ ਨੂੰ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ 34% ਲੋਕ ਲਿਬਰਲ ਪਾਰਟੀ ਦੇ ਹੱਕ ਵਿੱਚ ਨੇ, ਭਾਵ ਰਣਦੀਪ ਸਰਾਏ ਦੇ ਹੱਕ ਵਿੱਚ ਨੇ। 37% ਲੋਕ ਨਿਕਲੇ ਸੀ, 3% ਜ਼ਿਆਦਾ ਸੀ। ਸਰਜੀਤ ਸਿੰਘ ਸਰਾਂ ਦੇ ਹੱਕ ਦੇ ਵਿੱਚ ਉਹਨਾਂ ਨੇ 33% ਕਿਹਾ ਸੀ, ਪਰ 27% ਨਿਕਲੇ ਸੀ। ਸੋ ਉੱਥੇ 6% ਦਾ ਫਰਕ ਪੈ ਗਿਆ ਸੀ, ਉਹ ਜ਼ਿਆਦਾ ਸੋਚ ਰਹੇ ਸੀ। ਇਹਦਾ ਮਤਲਬ ਆ 5-6% ਵੀ ਇੱਧਰ ਉੱਧਰ ਹੋ ਸਕਦਾ। ਟੀਨਾ ਬੈਂਸ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 25% ਲੋਕ ਇਹਨਾਂ ਦੇ ਹੱਕ ਵਿੱਚ ਆ। ਵੋਟਾਂ ਤੋਂ ਬਾਅਦ ਜਦੋਂ ਨਤੀਜੇ ਆਏ ਸੀ ਤਾਂ 21% ਲੋਕ ਇਹਨਾਂ ਦੇ ਹੱਕ ਦੇ ਵਿੱਚ ਨਿਕਲੇ ਸੀ। ਸੋ ਇੱਥੇ ਵੀ 4% ਦਾ ਫੇਰ ਬਦਲ ਜਿਹੜਾ ਐਰਰ ਆ ਜਾਂ ਇੱਧਰ ਉੱਧਰ ਅੰਦਾਜ਼ਾ ਆ ਉਹ ਹੋ ਸਕਦਾ ਹੈ। ਪਰ ਇਹ ਇੱਕ ਮੋਟਾ ਜਿਹਾ ਅੰਦਾਜ਼ਾ ਜ਼ਰੂਰ ਆ ਸਰੀ ਸੈਂਟਰ ਬਾਰੇ, ਸਰੀ ਨਿਊਟਨ ਬਾਰੇ।
ਬਾਕੀ ਜਿਹੜੀਆਂ ਰਾਈਡਿੰਗਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਰੋਜ਼ ਦੋ ਰਾਈਡਿੰਗਸ ਦੇ ਉੱਤੇ ਕੀ ਹੋ ਰਿਹਾ, ਔਰ ਇਹ ਸਥਿਤੀ ਬਦਲਦੀ ਰਹਿੰਦੀ ਆ ਥੋੜ੍ਹੇ ਸਮੇਂ ਦੇ ਬਾਅਦ ਕਿ ਸਥਿਤੀ ਹੈ ਕਿ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਤਾਂ ਉਸ ਵੇਲੇ ਇਹ ਸਥਿਤੀ ਆ। ਇਸੇ ਤਰ੍ਹਾਂ ਹੀ ਇੱਕ ਹੋਰ ਮਹੱਤਵਪੂਰਨ ਗੱਲ ਅੱਜ ਇਲੈਕਸ਼ਨ ਬਾਰੇ, 2-3 ਹੋਰ ਰਾਈਡਿੰਗਸ ਜਿਹੜੀਆਂ ਬੜੀਆਂ ਮਹੱਤਵਪੂਰਨ ਨੇ ਉਹਨਾਂ ਬਾਰੇ ਕਰਨੀ ਬਣਦੀ ਆ। ਲਿਬਰਲ ਪਾਰਟੀ ਨੇ ਜਾਂ ਇਲੈਕਸ਼ਨ ਇਸ ਕਰਕੇ ਕਾਲ ਕੀਤੀ ਸੀ ਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਸਾਰੀਆਂ ਸੀਟਾਂ ਉਹਨਾਂ ਦੇ ਹੱਕ ਵਿੱਚ ਚਲੀਆਂ ਜਾਣੀਆਂ ਜਿਹੜੀਆਂ ਇੱਧਰ ਉੱਧਰ ਸੀਗੀਆਂ, ਪਰ ਕੁਝ ਸੀਟਾਂ ਜਿਹੜੀਆਂ ਹੈਗੀਆਂ ਉਹ ਬਹੁਤ ਘੱਟ ਮਾਰਜਨ ਦੇ ਨਾਲ ਜਿੱਤੀਆਂ ਗਈਆਂ। ਕੁਬੈਕ ਦੇ ਵਿੱਚ ਕੁਬੈਕ ਸਿਟੀ ਦੀ ਜਿਹੜੀ ਸੀਟ ਆ ਉਹ ਇਸ ਵੇਲੇ ਲਿਬਰਲ ਦੇ ਸਾਡੇ ਕੈਬਨਿਟ ਮਿਨਿਸਟਰ ਵੀ ਨੇ ਜੇਨ ਡੁਕਲਸ, ਉਹਨਾਂ ਦੇ ਕੋਲ ਆ। ਇਹ ਦੁਬਾਰਾ ਉੱਥੋਂ ਚੋਣ ਲੜ ਰਹੇ ਆ, ਪਰ ਉੱਥੇ ਮੁਕਾਬਲਾ ਬਹੁਤ ਸਖਤ ਸੀ। ਕੁਬੈਕ ਵਾਲੀ ਸੀਟ ਦੇ ਉੱਤੇ 215 ਵੋਟਾਂ ਦੇ ਫਰਕ ਨਾਲ ਬਲੈਕ ਕੁਇਕਵਾ ਦਾ ਕੈਂਡੀਡੇਟ ਹਾਰੇ ਸੀ, ਕ੍ਰਿਸਟੀਨ ਗੈਗਨ 2019 ਦੀ ਇਲੈਕਸ਼ਨ ਦੇ ਵਿੱਚ। ਇਹ ਸੀਟ ਦੇ ਉੱਤੇ 215 ਵੋਟਾਂ ਬਹੁਤ ਥੋੜ੍ਹੀਆਂ ਵੋਟਾਂ ਹੁੰਦੀਆਂ ਇੱਕ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ। ਇਹ ਵੀ ਇੱਧਰ ਉੱਧਰ ਹੋ ਸਕਦੀ ਆ। ਸੀਟ ਲਿਬਰਲ ਦੇ ਕੋਲ ਆ, ਪਰ ਬਲੈਕ ਕੁਇਕਵਾ 215 ਵੋਟਾਂ ਦੇ ਨਾਲ ਪਿੱਛੇ ਸੀ। ਇਹ ਸੀਟ ਦੇ ਉੱਤੇ ਵੀ ਕੁਛ ਨਾ ਕੁਛ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਮੌਂਟਰੀਅਲ ਦੇ ਵਿੱਚ ਇੱਕ ਹੋਰ ਸੀਟ ਆ ਹੌਸਲੇਗਾ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਵੀ ਫਰਕ ਬਹੁਤ ਥੋੜ੍ਹਾ ਸੀਗਾ ਵੋਟਾਂ ਦਾ। ਮੌਂਟਰੀਅਲ ਦੀ ਇਸ ਰਾਈਡਿੰਗ ਦੇ ਵਿੱਚ ਜਿਹੜਾ NDP ਜਿਹੜੀ ਇੱਥੇ 2019 ਦੇ ਵਿੱਚ ਜਿਹੜੀ ਫਰਕ ਸੀਗੀ, ਲਿਬਰਲ ਕੈਂਡੀਡੇਟ ਸਰੋਇਆ ਮੈਟਰੀਨਸ ਇੱਥੋਂ ਉਹਨਾਂ ਨੇ ਬਲੈਕ ਕੁਇਕਵਾ ਨੂੰ ਬੀਟ ਕੀਤਾ ਸੀ 319 ਵੋਟਾਂ ਦੇ ਨਾਲ। ਸੋ 319 ਵੋਟਾਂ ਦਾ ਫਰਕ ਵੀ ਕਿਤੇ ਨਾ ਕਿਤੇ ਨਿਕਲ ਸਕਦਾ, ਵੱਧ ਵੀ ਸਕਦਾ, ਦੂਜੇ ਪਾਸੇ ਵੀ ਹੋ ਸਕਦਾ, ਪਰ ਅਸੀਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ। ਕੁਛ ਰਾਈਡਿੰਗਸ ਕੈਨੇਡਾ ਦੇ ਵਿੱਚ ਇਹ ਆ ਜਿਨ੍ਹਾਂ ਦੇ ਵਿੱਚ ਫਰਕ 1000 ਜਾਂ 500 ਵੋਟ ਤੋਂ ਥੱਲੇ ਸੀ। ਇੱਥੇ 319 ਵੋਟਾਂ ਦਾ ਫਰਕ ਸੀ। ਰਿਚਮੰਡ ਹਿੱਲ ਜਿਹੜੀ ਰਾਈਡਿੰਗ ਸੀਗੀ, ਇੱਥੇ ਲਿਬਰਲ ਕੈਂਡੀਡੇਟ ਮਜੀਦ ਜੋਹਾਵਰੀ ਜਿਹੜੇ ਸੀਗੇ, ਉਹਨਾਂ ਨੇ ਇਹ ਸੀਟ ਜਿੱਤੀ ਸੀਗੀ 112 ਵੋਟਾਂ ਦੇ ਫਰਕ ਨਾਲ। ਕੰਜ਼ਰਵੇਟਿਵ ਕੈਂਡੀਡੇਟ ਨੂੰ ਉਹਨਾਂ ਨੇ ਹਰਾਇਆ ਸੀ। ਸੋ ਇੱਥੇ ਵੀ ਫਰਕ ਪੈ ਸਕਦਾ। ਪੋਰਟ ਮੂਡੀ ਕੁਕਿਟਲਮ ਵਾਲੀ ਰਾਈਡਿੰਗ ਸੀਗੀ, ਇੱਥੇ ਤਿੰਨੋਂ ਹੀ ਕੈਂਡੀਡੇਟਸ ਦੇ ਵਿੱਚ ਮੁਕਾਬਲਾ ਬਹੁਤ ਸਖਤ ਸੀ। 1000 ਵੋਟਾਂ ਦੇ ਫਰਕ ਨਾਲ ਹੀ ਸਾਰੇ ਅੱਗੇ ਪਿੱਛੇ ਚੱਲ ਰਹੇ ਸੀਗੇ। ਇਸ ਜਿਹੜੀ 3 ਵੇ ਟਾਈ ਸੀਗੀ ਇੱਥੇ ਲਿਬਰਲ, NDP ਤੇ ਕੰਜ਼ਰਵੇਟਿਵ 1100 ਵੋਟ ਦੇ ਫਰਕ ਨਾਲ ਸਾਰੇ ਇੱਕ ਦੂਜੇ ਤੋਂ ਅੱਗੇ ਪਿੱਛੇ ਹੋ ਗਏ ਸੀ। ਕੰਜ਼ਰਵੇਟਿਵ ਕੈਂਡੀਡੇਟ ਨੇ ਇੱਥੋਂ ਇਹ ਸੀਟ ਜਿੱਤੀ ਸੀ NDP ਨੂੰ ਹਰਾ ਕੇ 300 ਵੋਟਾਂ ਦੇ ਫਰਕ ਨਾਲ। ਸੋ ਇਹ ਜਿਹੜੀਆਂ ਕੁਛ ਸੀਟਾਂ ਨੇ ਜਿਹਨਾਂ ਦਾ ਤੁਹਾਡੇ ਨਾਲ ਜ਼ਿਕਰ ਕੀਤਾ, ਚਾਹੇ ਉਹ ਜਿਹੜੀ ਪੋਰਟ ਮੂਡੀ ਕੁਕਿਟਲਮ ਵਾਲੀ ਸੀਟ ਆ, ਚਾਹੇ ਰਿਚਮੰਡ ਹਿੱਲ ਵਾਲੀ ਸੀਟ ਆ, ਚਾਹੇ ਮੌਂਟਰੀਅਲ ਵਾਲੀ ਆ, ਤੇ ਚਾਹੇ ਕੁਬੈਕ ਵਾਲੀ ਸੀਟ ਆ, ਇਹਨਾਂ ਸਾਰੀਆਂ ਤੇ ਕੁਝ ਹੋਰ ਸੀਟਾਂ ਆ ਜਿਨ੍ਹਾਂ ਦੇ ਉੱਤੇ ਮੁਕਾਬਲਾ ਬਹੁਤ ਨੇੜੇ ਦਾ ਸੀ। ਸੋ ਇਹ ਸੀਟਾਂ ਵੀ ਕਿਤੇ ਨਾ ਕਿਤੇ ਜਿਹੜੀਆਂ ਰਾਈਡਿੰਗਸ ਦੇ ਉੱਤੇ ਹੈਗੀਆਂ ਇੱਧਰ ਉੱਧਰ ਹੋ ਸਕਦੀਆਂ। ਇਹ ਸਿਰਫ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹਾਂ, ਤਾਂ ਕਿ ਕੈਨੇਡਾ ਦੀ ਓਵਰਆਲ ਇਲੈਕਸ਼ਨ ਬਾਰੇ ਇਸ ਵੇਲੇ ਕੀ ਹੋ ਰਿਹਾ, ਕੀ ਸਥਿਤੀ ਆ, ਉਹਦੇ ਬਾਰੇ ਥੋੜ੍ਹਾ ਬਹੁਤਾ ਅੰਦਾਜ਼ਾ ਸਾਨੂੰ ਚੰਗੀ ਤਰ੍ਹਾਂ ਲੱਗ ਸਕੇ। ਇੱਕ ਹੋਰ ਮਹੱਤਵਪੂਰਨ ਖਬਰ ਕੈਲੀਫੋਰਨੀਆ ਬਾਰੇ ਆ। ਕੈਲੀਫੋਰਨੀਆ ਦੇ ਵਿੱਚ ਅੱਜ ਇਲੈਕਸ਼ਨ ਹੋ ਕੇ ਹਟੀ ਆ। ਹੁਣ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਇਸ ਵੇਲੇ ਇਲੈਕਸ਼ਨ ਹੋਈ ਆ, ਰਿਜ਼ਲਟ ਇਹਦੇ ਹਜੇ ਆਏ ਨਹੀਂ। ਇਹ ਵਿਚਾਲੇ ਇਲੈਕਸ਼ਨ ਕਿਹੜੀ ਆ, ਪਿਛਲੇ ਲੰਬੇ ਸਮੇਂ ਤੋਂ ਉੱਥੇ ਜਿਹੜੇ ਗਵਰਨਰ ਨੇ ਗੈਵਨ ਨਿਊਸਮ, ਉਹਨਾਂ ਨੂੰ ਰੀਕਾਲ ਕੀਤਾ ਗਿਆ। ਭਾਵ ਗਵਰਨਰ ਬਣ ਗਏ, ਇਲੈਕਸ਼ਨ ਹੋ ਗਈ, ਵੋਟਾਂ ਬਹੁਤੀਆਂ ਉਹਨਾਂ ਦੇ ਹੱਕ 'ਚ ਪੈ ਗਈਆਂ, ਉਹ ਚੁਣ ਲੈ ਗਏ। ਉਹਦੇ ਤੋਂ ਬਾਅਦ ਅਜੇ ਸਾਲ ਡੇਢ ਸਾਲ ਅਗਲੀ ਇਲੈਕਸ਼ਨ ਦੇ ਵਿੱਚ ਪਿਆ, ਉਹਦੇ ਤੋਂ ਪਹਿਲਾਂ ਹੀ ਲੋਕਾਂ ਨੂੰ ਇਹ ਲੱਗਿਆ ਕਿ ਗਵਰਨਰ ਕੰਮ ਠੀਕ ਨਹੀਂ ਕਰ ਰਿਹਾ। ਉਹਨਾਂ ਨੇ ਇਲੈਕਸ਼ਨ ਦੁਬਾਰਾ ਕਾਲ ਕਰ ਲਈ। ਕੈਲੀਫੋਰਨੀਆ ਦੇ ਵਿੱਚ ਇਹ ਪ੍ਰੋਵੀਜ਼ਨ ਆ, ਉੱਥੇ ਇਹ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਰਕਾਰ ਇਸ ਵੇਲੇ ਕੰਮ ਨਹੀਂ ਠੀਕ ਕਰ ਰਹੀ, ਗਵਰਨਰ ਠੀਕ ਕੰਮ ਨਹੀਂ ਕਰ ਰਿਹਾ, ਤਾਂ ਅਗਲੀਆਂ ਵੋਟਾਂ ਤੱਕ ਉਡੀਕਣ ਦੀ ਲੋੜ ਨਹੀਂ। ਇਕੱਠੇ ਹੋਵੋ, ਸਾਈਨ ਕਰੋ, ਪਟੀਸ਼ਨ ਪਾਓ, ਜਾਂ ਕੁਛ ਪਰਸੈਂਟ ਉਹਨਾਂ ਦੀ 12 ਜਾਂ 15% ਆ ਕਿ ਇੰਨੇ % ਲੋਕ ਜੇਕਰ ਉਸ ਸਟੇਟ ਦੇ ਸਾਈਨ ਕਰਕੇ ਦੇ ਦੇਣ ਕਿ ਅਸੀਂ ਇਹਨਾਂ ਨੂੰ ਵਾਪਸ ਸੱਦਣਾ ਚਾਹੁੰਦੇ ਹਾਂ, ਤਾਂ ਵਾਪਸ ਸੱਦਿਆ ਜਾ ਸਕਦਾ। 1.5 ਮਿਲੀਅਨ ਲੋਕਾਂ ਨੇ ਉੱਥੇ ਸਾਈਨ ਕਰਕੇ ਦੇ ਦਿੱਤੇ ਸੀ ਪਿਛਲੇ ਸਮੇਂ ਦੇ ਵਿੱਚ ਕਿ ਅਸੀਂ ਇਸ ਗਵਰਨਰ ਨੂੰ ਇੱਥੇ ਨਹੀਂ ਚਾਹੁੰਦੇ। ਵੀ ਉਹ ਤਾਂ ਨਹੀਂ ਚਾਹੁੰਦੇ, ਪਰ ਵੋਟਾਂ ਪਾਈਆਂ ਜਾਣ, ਪਤਾ ਕੀਤਾ ਜਾਵੇ ਵੀ ਇਹ ਗਵਰਨਰ ਨੂੰ ਰਹਿਣਾ ਚਾਹੀਦਾ ਕਿ ਨਹੀਂ ਚਾਹੀਦਾ। ਉਹ ਲੰਬਾ ਪ੍ਰੋਸੈਸ ਸੀ। ਅੱਜ ਮੰਗਲਵਾਰ ਉੱਥੇ ਵੋਟਾਂ ਪੈ ਕੇ ਹਟੀਆਂ ਨੇ। ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, $276 ਮਿਲੀਅਨ ਕਹਿੰਦੇ ਇਹਦੇ ਉੱਤੇ ਲੱਗਣਾ ਆ। 2018 ਦੇ ਵਿੱਚ ਨਿਊਸਮ ਇਲੈਕਟ ਹੋਏ ਸੀ ਇੱਥੋਂ 24 ਪੁਆਇੰਟ ਦੀ ਜਿੱਤ ਦੇ ਨਾਲ, ਤੇ ਜਦੋਂ ਹਜੇ 1.5 ਸਾਲ ਰਹਿੰਦਾ ਆ 2022 ਦੇ ਵਿੱਚ ਇਲੈਕਸ਼ਨ ਹੋਣੀ ਆ, ਤਾਂ ਉਹ ਤੋਂ ਪਹਿਲਾਂ ਹੀ ਉਹਨਾਂ ਨੇ ਰੀਕਾਲ ਕਰ ਲਿਆ। ਅੱਜ ਹੁਣ ਜੇ ਤਾਂ ਰੀਕਾਲ ਹੋ ਜਾਂਦੇ ਆ, ਮਤਲਬ ਵੋਟਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ, ਲੋਕਾਂ ਨੂੰ 2 ਆਪਸ਼ਨ ਦਿੱਤੀਆਂ ਜਾਂਦੀਆਂ ਵੀ ਕੀ ਗਵਰਨਰ ਨਿਊਸਮ ਨੂੰ ਰੀਕਾਲ ਕੀਤਾ ਜਾਣਾ ਚਾਹੀਦਾ, ਵਾਪਸ ਬੁਲਾਉਣਾ ਚਾਹੀਦਾ। ਤੇ ਜੇ ਵਾਪਸ ਬੁਲਾਉਣਾ ਚਾਹੀਦਾ, ਤੇ ਜੇ ਜ਼ਿਆਦਾ ਲੋਕ 50% ਤੋਂ ਉੱਤੇ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਹਾਂਜੀ ਗਵਰਨਰ ਨੂੰ ਵਾਪਸ ਬੁਲਾ ਲਿਆ ਜਾਵੇ, ਤੇ ਗਵਰਨਰ ਉਹ ਨਹੀਂ ਰਹਿਣੇ,
ਉਹਦੇ ਤੋਂ ਥੱਲੇ ਫਿਰ ਦੂਜਾ ਕੁਐਸਚਨ ਆ ਵੀ ਜੇ ਗੈਵਨ ਨਿਊਸਮ ਨੂੰ ਵਾਪਸ ਬੁਲਾ ਲਿਆ ਜਾਂਦਾ ਤਾਂ ਫਿਰ ਕਿਹਨੂੰ ਗਵਰਨਰ ਬਣਾਇਆ ਜਾਵੇ। ਉਹਦੇ ਲਈ 46 ਕੈਂਡੀਡੇਟ ਖੜੇ ਆ ਉੱਥੇ। ਇਹ ਮੁੱਦਾ ਬਹੁਤ ਮਹੱਤਵਪੂਰਨ ਆ ਉੱਥੇ ਦੋਸਤੋ। ਕੈਲੀਫੋਰਨੀਆ ਦੇ ਵਿੱਚ ਕਿਤੇ ਨਾ ਕਿਤੇ ਸਿੱਧੇ ਸਿੱਧੇ ਰੂਪ ਦੇ ਵਿੱਚ ਜਿੱਥੇ ਅਮਰੀਕਾ ਦੀ ਰਾਜਨੀਤੀ ਦੇ ਨਾਲ ਇਹ ਸੰਬੰਧ ਰੱਖਦਾ ਆ, ਉੱਥੇ ਦਾ ਸੰਬੰਧ ਕੋਵਿਡ ਦੇ ਨਾਲ ਵੀ ਹੈ। ਦੋ ਵੱਡੀਆਂ ਪਾਰਟੀਆਂ ਉੱਥੋਂ ਡੈਮੋਕ੍ਰੈਟ ਤੇ ਰਿਪਬਲਿਕਨ, ਇੱਕ ਜੋ ਬਾਈਡਨ ਵਾਲੀ ਪਾਰਟੀ, ਦੂਜੀ ਪੁਰਾਣੇ ਰਾਸ਼ਟਰਪਤੀ ਟਰੰਪ ਵਾਲੀ ਪਾਰਟੀ, ਜੇ ਮੋਟੀ ਮੋਟੀ ਗੱਲ ਸਮਝਣੀ ਹੋਵੇ। ਇਹ ਜਿਹੜੇ ਡੈਮੋਕ੍ਰੈਟ ਨੇ ਗੈਵਨ ਨਿਊਸਮ, ਜੋ ਬਾਈਡਨ ਦੀ ਪਾਰਟੀ ਦੇ ਇਹ ਬੰਦੇ ਆ, ਇੱਦਾਂ ਕਹਿ ਲਓ। ਇਹ ਹੋ ਸਕਦਾ ਗੱਲਬਾਤ ਚੱਲ ਰਹੀ ਸੀ ਕਿ ਅਗਲੀਆਂ ਆਉਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵੀ ਅਮਰੀਕਾ ਦੇ ਵਿੱਚ ਲੜਦੇ, ਪਰ ਇੱਥੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਹੁਣ ਉਹ ਸਿਗਨੇਚਰ ਲੋਕਾਂ ਨੇ ਇਕੱਠੇ ਕਰ ਲਏ, 12% ਲੋਕਾਂ ਨੇ ਸਿਗਨੇਚਰ ਇਕੱਠੇ ਕਰਕੇ ਦੇ ਦਿੱਤੇ ਤੇ ਵੀ ਇਹਨਾਂ ਨੂੰ ਰੀਕਾਲ ਕੀਤਾ ਜਾਵੇ। ਇਹਦਾ ਮਤਲਬ ਇਹ ਆ ਕਿ ਇਹ 1.5 ਮਿਲੀਅਨ ਲੋਕ ਜਿਹੜੇ ਚਾਹੁੰਦੇ ਆ, ਉਹਦੇ ਵਿੱਚ ਇਹ ਇੱਕ ਤਾਂ ਕਿਹਾ ਜਾ ਰਿਹਾ ਵੀ ਜਿਹੜੇ ਵਿਰੋਧੀ ਆ, ਜਿਹੜੇ ਟਰੰਪ ਸਮਰਥਕ ਨੇ ਜਾਂ ਜਿਹੜੇ ਦੂਜੀ ਪਾਰਟੀ ਦੇ ਬੰਦੇ ਨੇ, ਰਿਪਬਲਿਕਨ ਨੇ, ਉਹ ਇਕੱਠੇ ਹੋ ਕੇ ਜਾਣਬੁੱਝ ਕੇ ਕੰਮ ਖਰਾਬ ਕਰ ਰਹੇ ਆ ਤੇ ਇਹ ਸਾਰਾ ਕੁਝ ਵਾਪਸ ਬੁਲਾ ਰਹੇ ਤੇ ਇੰਨਾ ਪੈਸਾ ਲਵਾ ਰਹੇ ਆ ਵੀ ਇਹ ਹੋਣੀ ਨਹੀਂ ਸੀ ਚਾਹੀਦੀ। ਪਰ ਕਿਉਂਕਿ ਲੋਕ ਚਾਹੁੰਦੇ ਆ, ਇਸ ਕਰਕੇ ਉੱਥੇ ਇਸ ਸਾਰਾ ਕੁਝ ਜਿਹੜਾ ਇਹ ਕੀਤਾ ਜਾ ਰਿਹਾ। ਰੌਲਾ ਜਿਹੜਾ ਜਿੱਦਾਂ ਮੈਂ ਪਹਿਲਾਂ ਦੱਸਿਆ, ਕੁਐਸਚਨ ਤੇ ਜਿਹੜਾ ਬੈਲਟ ਆ ਉਹਦੇ ਉੱਤੇ ਦੋ ਕੁਐਸਚਨ ਅੱਜ ਸੀਗੇ ਬੜੇ। ਪਹਿਲਾ ਕਿ ਗਵਰਨਰ ਨੂੰ ਰੀਕਾਲ ਕੀਤਾ ਜਾਣਾ ਚਾਹੀਦਾ, ਜੇ ਕੀਤਾ ਜਾਣਾ ਚਾਹੀਦਾ ਤਾਂ ਫਿਰ ਦੂਜਾ ਕਿਹੜਾ ਹੋਣਾ ਚਾਹੀਦਾ। ਉਹਦੇ ਵਿੱਚ ਇੱਕ ਵੱਡੀ ਜਿਹੜੀ ਲਿਸਟ ਆ 46 ਕੈਂਡੀਡੇਟਸ ਦੀ, ਉਹਦੇ ਉੱਤੇ ਤੁਸੀਂ ਟਿਕ ਕਰਨੀ ਆ। ਉਹਨਾਂ ਲੋਕਾਂ ਨੇ ਟਿਕ ਕੀਤੀ ਆ ਕਿ ਇਹ ਵੀ ਇਸ ਬੰਦੇ ਨੂੰ ਬਣਾ ਦਿੱਤਾ ਜਾਵੇ। ਜੇ ਪਹਿਲੇ 'ਚ ਤੁਸੀਂ ਕੋਈ ਵੀ ਆਨਸਰ ਦਿੰਦੇ ਆ, ਦੂਜੇ 'ਚ ਤੁਹਾਡੇ ਕੋਲ ਫਿਰ ਵੀ ਆਪਸ਼ਨ ਹੈਗੀ ਹੈ। ਜੇ ਪਹਿਲੇ ਤੁਸੀਂ ਇਹ ਵੀ ਕਹਿ ਦਿੰਦੇ ਕਿ ਨਹੀਂ ਬੁਲਾਇਆ ਜਾਣਾ ਚਾਹੀਦਾ, ਰੀਕਾਲ ਨਹੀਂ ਕੀਤਾ ਜਾਣਾ ਚਾਹੀਦਾ, ਭਾਵੇਂ ਉਹਦੇ ਤੋਂ ਨਹੀਂ ਹਟਾਇਆ ਜਾਣਾ ਚਾਹੀਦਾ, ਫਿਰ ਵੀ ਤੁਹਾਡੇ ਕੋਲ ਆਪਸ਼ਨ ਆ ਕਿ ਤੁਸੀਂ ਟਿਕ ਕਰ ਸਕਦੇ ਆ ਕਿ ਮੈਂ ਫਿਰ ਵੀ ਮੇਰੀ ਚੋਇਸ ਜਿਹੜੀ ਇਹ ਦੂਜਾ ਕੈਂਡੀਡੇਟ ਜਿਹੜਾ ਉਹ ਹੈਗਾ ਆ। ਰੌਲਾ ਕੀ ਪਿਆ? ਕੋਵਿਡ ਦੇ ਦੌਰਾਨ ਦੋ ਬੜੇ ਸਪਸ਼ਟ ਧਿਰਾਂ ਬਣ ਗਈਆਂ। ਇੱਕ ਧਿਰ ਕਹਿੰਦੀ ਆ ਕਿ ਇਹ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ, ਮਾਸਕ ਨਹੀਂ ਹੋਣਾ ਚਾਹੀਦਾ ਵਗੈਰਾ ਵਗੈਰਾ। ਲੰਬਾ ਇੱਕ ਜਿਹੜੀ ਗਰੁੱਪ ਆ ਇਹ ਕਹਿ ਰਿਹਾ, ਦੂਜਾ ਗਰੁੱਪ ਕਹਿ ਰਿਹਾ ਕਿ ਨਹੀਂ ਸਾਰਾ ਕੁਝ ਹੋਣਾ ਚਾਹੀਦਾ। ਕੈਲੀਫੋਰਨੀਆ ਦੇ ਵਿੱਚ ਕਿਹਾ ਇਹ ਗਿਆ ਕਿ ਗਵਰਨਰ ਨਿਊਸਮ ਨੇ ਕੋਵਿਡ-19 ਪੈਂਡੈਮਿਕ ਨੂੰ ਚੰਗੀ ਤਰ੍ਹਾਂ ਸਾਂਭਿਆ ਨਹੀਂ, ਕਿ ਇਹਨਾਂ ਕੋਲੇ ਪਾਵਰ ਸੀਗੀਆਂ, ਉਹਨੇ ਬਿਜ਼ਨੈਸਸ ਨੂੰ ਨੈਗੇਟਿਵਲੀ ਇਫੈਕਟ ਕੀਤਾ ਕਿ ਜਿਹੜੇ ਬਿਜ਼ਨੈਸਸ ਬੰਦ ਹੋ ਗਏ ਜਾਂ ਬਿਨਾਂ ਵਜ੍ਹਾ ਤੋਂ ਬੰਦ ਕਰ ਦਿੱਤੇ ਗਏ, ਉਹ ਕੀਤੇ ਨਹੀਂ ਸੀ ਜਾਣੇ ਚਾਹੀਦੇ, ਕਿ ਗਲਤ ਕੀਤਾ, ਇਸ ਕਰਕੇ ਇਹਨਾਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ। ਦੂਜਾ ਇਹ ਕਿਹਾ ਜਾ ਰਿਹਾ ਕਿ ਜਿਹੜੀ ਟੀਚਰਸ ਯੂਨੀਅਨ ਆ ਉਹ ਵੀ ਇਸ ਮਾਮਲੇ ਦੇ ਵਿੱਚ ਸੀਗੀ ਕਿ ਪਬਲਿਕ ਸਕੂਲ ਜਿਹੜੇ ਸੀਗੇ ਉਹਨਾਂ ਨੂੰ ਜਲਦੀ ਖੋਲ੍ਹਿਆ ਕਿਉਂ ਨਹੀਂ ਗਿਆ। ਇਸੇ ਤਰ੍ਹਾਂ ਹੀ ਇਹ ਕਿਹਾ ਗਿਆ ਕਿ ਇਹ ਥੋੜ੍ਹੇ ਜਿਹੇ ਜਿਹਦੇ ਇਹਨਾਂ ਦਾ ਸਾਰਾ ਕੁਝ ਵਰਤਾਰਾ ਇਹਨਾਂ ਦਾ ਠੀਕ ਨਹੀਂ ਸੀ। ਨੈਪਾ ਵੈਲੀ ਦੇ ਰੈਸਟੋਰੈਂਟ ਦੇ ਵਿੱਚ ਇੱਕ ਥਾਂ ਦੇ ਉੱਤੇ ਇਹ ਇਕੱਠੇ ਹੋਏ ਸੀ, ਜਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਕਿ ਗਵਰਨਰ ਉੱਥੇ ਬਿਨਾਂ ਮਾਸਕ ਤੋਂ ਸੀਗੇ ਜਾਂ ਲੋਕਾਂ ਨੂੰ ਅਪੀਲ ਕਰ ਰਹੇ ਸੀਗੇ ਮਾਸਕ ਪਾ ਲਓ, ਪਰ ਆਪ ਇਹਨਾਂ ਨੇ ਲੋਕਾਂ ਨੂੰ ਆਰਡਰ ਦੇ ਦਿੱਤਾ ਸੀ ਕਿ ਘਰ ਰਹੋ ਤੇ ਮਾਸਕ ਪਾ ਕੇ ਰੱਖੋ। ਥੋੜ੍ਹੇ ਦਿਨ ਪਹਿਲਾਂ ਇਹਨਾਂ ਨੇ ਟਵੀਟ ਕੀਤਾ ਸੀ, ਲੋਕ ਕਹਿੰਦੇ ਵੀ ਤੁਸੀਂ ਟਵੀਟ ਕਰ ਰਹੇ ਹੋ, ਤੁਹਾਡੇ ਆਲੇ ਦੁਆਲੇ ਲੋਕਾਂ ਨੇ ਮਾਸਕ ਪਾਏ ਨਹੀਂ, ਰੌਲਾ ਕੀ ਆ। ਇਹ ਸਾਰੇ ਕੁਛ ਦੇ ਲਈ ਇਹ ਵੀ ਕਿਹਾ ਗਿਆ ਕਿ ਇੱਥੇ ਹੋਮਿਸਾਈਡ ਇੰਨੇ ਜ਼ਿਆਦਾ ਵੱਧ ਗਿਆ, ਇਹਦਾ ਸਿੱਧਾ ਕਸੂਰ ਗਵਰਨਰ ਦਾ ਆ। ਹੋਮਲੈਸਨੈਸ ਵਧੀਆ, ਇਹਦਾ ਕਸੂਰ ਗਵਰਨਰ ਦਾ ਆ। ਕੁਆਲਿਟੀ ਆਫ ਲਾਈਫ ਦਾ ਇਸ਼ੂ ਆਇਆ, ਇਹਦਾ ਕਸੂਰ ਵੀ ਉਹ ਕਹਿੰਦੇ ਗਵਰਨਰ ਦਾ ਆ। ਇਸ ਕਰਕੇ ਉਹਨਾਂ ਨੇ ਇਕੱਠੇ ਹੋ ਕੇ ਵਿਰੋਧ ਕਰਕੇ ਤੇ ਇਲੈਕਸ਼ਨ ਕਾਲ ਕਰ ਲਈ, ਜਿਹੜੀ ਉਹਨਾਂ ਨੇ ਰੀਕਾਲ ਦਾ ਜਿਹੜਾ ਸੱਦਾ ਦੇ ਦਿੱਤਾ ਤੇ ਬਾਅਦ ਦੇ ਵਿੱਚ ਹੁਣ ਉੱਥੇ ਅੱਜ ਇਲੈਕਸ਼ਨ ਹੋ ਰਹੀ ਹੈ। ਇਹਦਾ ਦੂਜਾ ਪਾਸਾ ਕੀ ਆ? ਦੂਜਾ ਪਾਸਾ ਜਿਹੜਾ ਗਵਰਨਰ ਨਿਊਸਮ ਕਹਿ ਰਹੇ ਆ ਜਾਂ ਉਹਨਾਂ ਦਾ ਗਰੁੱਪ ਕਹਿ ਰਿਹਾ ਆ ਕਿ ਇਹ ਸਿਰਫ ਤੇ ਸਿਰਫ ਜਿਹੜੀ ਪਾਵਰ ਲੈਣ ਦੇ ਲਈ ਇੱਕ ਰਾਈਟ ਵਿੰਗ ਰਿਪਬਲਿਕਨਸ ਵੱਲੋਂ ਜਾਣਬੁੱਝ ਕੇ, ਇੱਕ ਜਿਹੜਾ ਟਰੰਪ ਸਮਰਥਕ ਨੇ ਉਹਨਾਂ ਨੇ ਜਾਣਬੁੱਝ ਕੇ ਸਾਰਾ ਕੁਝ ਕੀਤਾ ਆ, ਇਹਦੀ ਲੋੜ ਬਿਲਕੁਲ ਵੀ ਨਹੀਂ ਸੀ। ਤੇ ਦੂਜਾ ਇਹ ਕਿਹਾ ਕਿ ਉਹਨਾਂ ਨੇ ਪੈਂਡੈਮਿਕ ਬਹੁਤ ਚੰਗੀ ਤਰ੍ਹਾਂ ਮੈਨੇਜ ਕੀਤੀ ਆ, ਪੂਰੀ ਸਾਇੰਸ ਦੇ ਹਿਸਾਬ ਨਾਲ ਚੱਲੇ ਆ, ਮਾਸਕ ਕੀਤੇ ਆ, ਸੋਸ਼ਲ ਡਿਸਟੈਂਸ ਕੀਤੇ ਆ, ਸਾਰਾ ਕੁਝ ਕੇਅਰਫੁਲੀ ਚੱਲਿਆ ਆ। ਸਕੂਲਸ ਦੇ ਬਾਰੇ ਉਹਨਾਂ ਨੇ ਸਹੀ ਫੈਸਲੇ ਲਏ ਆ ਵੀ ਇਹ ਸਿਰਫ ਇੱਕ ਰੌਲਾ ਰੱਪਾ ਜਾਣਬੁੱਝ ਕੇ ਪਾਇਆ ਜਾ ਰਿਹਾ ਆ। ਵੀ ਉਹਦੀ ਲੀਡਰਸ਼ਿਪ ਦੇ ਥੱਲੇ ਵੈਕਸੀਨੇਸ਼ਨ ਬਹੁਤ ਜ਼ਿਆਦਾ ਹੋਈ ਆ ਕੈਲੀਫੋਰਨੀਆ ਦੇ ਵਿੱਚ, ਵੀ ਇਹ ਜਿਹੜੀ ਇਲੈਕਸ਼ਨ ਜਿਹੜੀ ਇਹ ਰੀਕਾਲ ਦਾ ਸੱਦਾ ਦਿੱਤਾ ਗਿਆ ਤੇ ਹੁਣ ਇਲੈਕਸ਼ਨ ਕਰਾਈ ਗਈ, ਇਹ ਬੇਲੋੜਾ ਆ। ਸੋ ਬਹੁਤ ਵੱਡਾ ਦੋਸਤੋ ਇਹ ਵੀ ਗੱਲ ਸੀਗੀ, ਪਰ ਇਹ ਵੀ ਅਮਰੀਕਾ ਦੇ ਸੰਵਿਧਾਨ ਦੀ ਇੱਕ ਬਿਊਟੀ ਆ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸੀਬਿਲਿਟੀਜ਼ ਵੀ ਹੈਗੀਆਂ ਕਿ ਜੇ ਲੋਕ ਚਾਹੁਣ ਤਾਂ ਉਹ ਕੁਝ ਵੀ ਕਰ ਸਕਦੇ ਆ। ਲੋਕਾਂ ਕੋਲੇ ਇੰਨੀ ਪਾਵਰ ਆ ਉੱਥੇ ਕਿ ਉਹ ਵਿੱਚ ਚੱਲਦੇ ਹੀ ਕਹਿ ਸਕਦੇ ਆ ਕਿ ਸਾਨੂੰ ਇਹ ਕੰਮਕਾਰ ਪਸੰਦ ਨਹੀਂ, ਅਸੀਂ ਉਡੀਕ ਵੀ ਨਹੀਂ ਕਰ ਸਕਦੇ 4 ਸਾਲ, ਹੁਣੇ ਇਲੈਕਸ਼ਨ ਕਰਾਈ ਜਾਵੇ। ਤੇ ਉਹਨਾਂ ਨੇ ਅੱਜ ਸੰਭਾਵਨਾ, ਹਾਲਾਂਕਿ ਇਸ ਗੱਲ ਦੀ ਜ਼ਿਆਦਾ ਹੈ ਕਿ
ਜਿਹੜੇ ਗਵਰਨਰ ਗੈਵਨ ਨਿਊਸਮ ਨੇ ਰੀਕਾਲ ਨਹੀਂ ਹੋਣੀ, ਉਹਨਾਂ ਨੇ ਅਹੁਦੇ ਤੋਂ ਨਹੀਂ ਹਟਣਾ। ਇਹ ਵੀ ਉਦੋਂ ਜਦੋਂ ਕਿ ਪੈਂਡੈਮਿਕ ਦਾ ਗੱਲਬਾਤ ਹੋਵੇ ਤੇ ਉਹਦੇ ਵਿੱਚ ਇਹ ਕਿਹਾ ਜਾਵੇ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਸੰਭਿਆ, ਇਸ ਕਰਕੇ ਤੁਹਾਨੂੰ ਵਾਪਸ ਬੁਲਾਇਆ ਜਾ ਰਿਹਾ। ਇਹ ਚੌਥੀ ਵਾਰੀ ਹੋਣਾ ਪੂਰੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਦੋਂ ਵੋਟਰਸ ਜਿਹੜੇ ਆ ਉਹ ਇਲੈਕਸ਼ਨ ਰੀਕਾਲ ਕਰਦੇ ਆ। ਗਵਰਨਰ ਨੂੰ ਪਹਿਲਾਂ ਰਿਪਲੇਸ ਕੀਤਾ ਗਿਆ ਸੀ ਪਿਛਲੀ ਸਦੀ ਦੇ ਵਿੱਚ 2003 ਦੇ ਵਿੱਚ ਡੈਮੋਕ੍ਰੈਟਿਕ ਜਿਹੜੇ ਇੱਥੇ ਕੈਲੀਫੋਰਨੀਆ ਦੇ ਸੀਗੇ ਗਵਰਨਰ ਗੇਵੀ ਡੇਵਿਸ, ਉਹਨਾਂ ਨੂੰ ਵੀ ਰੀਕਾਲ ਕੀਤਾ ਗਿਆ ਸੀ। ਸੋ ਇਹ ਆਪਣੇ ਆਪ ਦੇ ਵਿੱਚ ਹਾਲਾਂਕਿ ਹੋ ਸਕਦਾ ਇਹ ਬੇਲੋੜਾ ਖਰਚਾ ਹੋਵੇ, ਪਰ ਅਮਰੀਕਾ ਦੇ ਕਾਨੂੰਨ ਦੀ, ਉੱਥੋਂ ਦੇ ਸੰਵਿਧਾਨ ਦੀ ਇੱਕ ਇਹ ਵੀ ਰੂਪ ਕਿ ਅੱਜ ਜਿਹੜਾ ਵਰਤਾਰਾ ਉੱਥੇ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਕੇ ਦੱਸਣਗੇ ਕਿ ਸਾਨੂੰ ਇਹ ਗਵਰਨਰ ਚਾਹੀਦਾ ਜਾਂ ਸਾਨੂੰ ਇਹ ਗਵਰਨਰ ਨਹੀਂ ਚਾਹੀਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।